ਵਾਹਿਗੁਰੂ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤੇ ਤੁਕਾਰੇ ਗਾਵਹੁ ਸੋਹਿਲਾ ਸਿਵਰਿਆਹੁ ਸਿਰਜਣਹਾਰੋ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਵਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਬਾਣੀ ਸ਼ਾਮ ਦੇ ਸਮੇਂ ਦੀ ਰਹਿਰਾਸ, ਜਿਸ ਦੇ ਵਿੱਚ ਚੌਥੇ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਬਾਣੀ ਸਮਿਲਿਤ ਹੋਰ ਕੀਤੀ। ਸੋ ਇਸ ਤਰ੍ਹਾਂ ਪਾਵਨ ਸ਼ਬਦ ਸ਼ਰਵਣ ਕੀਤੇ ਹਨ ਰਹਿਰਾਸ ਸਾਹਿਬ ਦੇ। ਸੋ ਜਿਸ ਪ੍ਰਕਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਪਵਿੱਤਰ ਹੁਕਮ ਹਰ ਇੱਕ ਸਿੱਖ ਦੇ ਤਾਈਂ ਰਹਿਰਾਸ ਪੜ੍ਹਨ ਦਾ ਰਹਿਤਨਾਮੇ ਵਿੱਚ ਐਸਾ ਜ਼ਿਕਰ ਆਉਂਦਾ ਹੈ। ਭਾਈ ਪ੍ਰਹਿਲਾਦ ਸਿੰਘ ਦਾ ਰਹਿਤਨਾਮਾ ਜੋ ਹੈ ਉਹਦੇ ਵਿੱਚ ਲਿਖਿਆ, ਰਹਿਰਾਸ ਸਮੇਂ ਗੁਰ ਹੁਕਮ ਕੋ ਪੜ੍ਹੈ ਪ੍ਰੀਤ ਸਤ ਭਾਉ। ਪ੍ਰੇਮ ਸਹਿਤ ਰਸਨਾ ਰਟ ਹੈ ਪ੍ਰਗਟ ਮਿਲਹਿ ਮੋਹਿ ਆਏ। ਮਹਾਰਾਜ ਦਾ ਹੁਕਮ ਹੈ, ਗੁਰੂ ਦਾ ਹੁਕਮ ਹੈ, ਪਿਆਰ ਨਾਲ ਪੜ੍ਹੇ ਰਹਿਰਾਸ। ਪ੍ਰੇਮ ਸਹਿਤ ਜਦੋਂ ਪੜ੍ਹੇ ਰਟੇਗਾ ਤਾਂ ਉਹ ਸਾਡੇ ਪਾਸ ਆਏਗਾ, ਮਿਲੇਗਾ ਸਾਨੂੰ। ਕਿਉਂਕਿ ਜੇ ਆਪਾਂ ਛੋਟੀ ਚੀਜ਼ ਸਮਝ ਕੇ ਚੱਲਦੇ ਹਾਂ ਫਿਰ ਸ਼ਰਧਾ ਭਾਵਨਾ ਨਹੀਂ, ਬਹੁਤ ਵੱਡੀ ਬਖਸ਼ਿਸ਼ ਰਹਿਰਾਸ ਦੀ ਹੈ ਸਾਡੇ ਤੇ। ਗੁਰਾਂ ਨੇ ਜੋ ਕਿਹਾ ਤਿੰਨ ਕਾਲ ਸੱਤ ਮੰਨਣਾ ਚਾਹੀਦਾ। ਸੋ ਇਸ ਕਰਕੇ ਪੰਚਮ ਪਿਤਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਭਾਈ ਗੁਰਦਾਸ ਜੀ ਪਾਸੋਂ ਲਿਖਵਾਏ ਸਨ, ਜੋ ਅੱਜ ਕੱਲ੍ਹ ਸ੍ਰੀ ਕਰਤਾਰਪੁਰ ਸ਼ੀਸ਼ ਮਹਿਲ 'ਚ ਬਿਰਾਜਮਾਨ ਨੇ, ਉਹਨਾਂ ਵਿੱਚ ਰਹਿਰਾਸ ਦੇ ਉਦੋਂ ਕੇਵਲ 5 ਸ਼ਬਦ ਹੀ ਅੰਕਿਤ ਹੋਏ ਸਨ। ਸੋਦਰ ਵਾਲਾ ਸ਼ਬਦ, ਦੂਸਰਾ ਸੁਣ ਵੱਡਾ ਆਖੈ ਸਭ ਕੋਇ, ਤੀਸਰਾ ਆਖਾਂ ਜੀਵਾਂ ਵਾਲਾ ਸ਼ਬਦ, ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਵਾਲਾ, ਪੰਜਵਾਂ ਸ਼ਬਦ ਸੀ ਕਾਹੇ ਰੇ ਮਨ ਚਿਤ ਵਹਿ ਉਦਮ। ਪੰਜਵੇਂ ਪਾਤਸ਼ਾਹ ਵੇਲੇ ਰਹਿਰਾਸ ਦੇ ਸਮੇਂ ਇਹ 5 ਸ਼ਬਦ ਪੜ੍ਹਿਆ ਕਰਦੇ ਸਨ ਸਾਰੇ ਜਾਣੇ। ਪੰਚਮ ਪਾਤਸ਼ਾਹੀ ਤੋਂ ਪਿੱਛੋਂ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੰਧਿਆ ਸਮੇਂ 9 ਸ਼ਬਦਾਂ ਦਾ ਪਾਠ ਪ੍ਰਾਰੰਭ ਕਰਵਾਇਆ। 5 ਸ਼ਬਦ ਪਿਛਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਾਲੇ ਅਤੇ 4 ਸ਼ਬਦ ਹੋਰ ਜੋ ਮਹਾਰਾਜ ਨੇ ਰਹਿਰਾਸ ਦੇ ਵਿੱਚ ਸਮਿਲਿਤ ਕੀਤੇ। ਸੋ ਪੁਰਖ ਵਾਲਾ ਸ਼ਬਦ, ਤੂੰ ਕਰਦਾ ਸਚਿਆਰ ਮਹਿੰਡਾ ਸਾਈਂ ਵਾਲਾ ਸ਼ਬਦ, ਤਿਤ ਸਰਵਰੜੈ ਭਈ ਲੈ ਨਿਵਾਸਾ, ਅਤੇ ਚੌਥਾ ਸ਼ਬਦ ਭਈ ਪ੍ਰਾਪਤ ਮਾਨੁਖ ਦੇਹੁਰੀਆ। ਸੋ ਇਸ ਕਰਕੇ ਵਿਚਾਰ ਕੇ ਦੇਖੀਏ ਤਾਂ ਇਹਨਾਂ ਦਾ ਜਿਹੜਾ ਅੰਕ ਹੈ ਉਹ ਵੱਖਰਾ ਹੀ ਦਿੱਤਾ ਹੋਇਆ। ਸੋਦਰ ਤੋਂ ਲੈ ਕੇ ਕਾਹਿਰੇ ਮਨ ਤੱਕ 5 ਸ਼ਬਦ ਲਿਖ ਕੇ 5 ਲਾ ਦਿੱਤਾ ਉੱਥੇ ਆ ਕੇ ਸਮਾਪਤੀ ਸੀਗੀ। ਫਿਰ ਅੱਗੇ 6ਵੇਂ ਸ਼ਬਦ ਦੀ ਸਮਾਪਤੀ ਕਰਕੇ 6ਵਾਂ ਅੰਕ ਲਿਖਣਾ ਚਾਹੀਦਾ ਸੀ ਪਰ ਨਹੀਂ ਲਿਖਿਆ। 6ਵਾਂ ਸ਼ਬਦ ਸੋ ਪੁਰਖ ਦਾ ਲਿਖ ਕੇ ਫਿਰ ਨਵਾਂ ਅੰਕ 1 ਦਿੱਤਾ ਹੋਇਆ। ਇਹ ਤੋਂ ਇਹ ਚੀਜ਼ ਸਪਸ਼ਟ ਹੁੰਦੀ ਹੈ ਕਿ ਸੋ ਪੁਰਖ ਤੋਂ ਅਗਲੇ ਸ਼ਬਦਾਂ ਦੀ ਮਰਿਆਦਾ 6ਵੇਂ ਪਾਤਸ਼ਾਹ ਮਹਾਰਾਜ ਨੇ ਬੰਨੀ। ਇਹਦਾ ਇੱਕ ਵੱਡਾ ਸਬੂਤ ਹੈ ਕਿ 6ਵੇਂ ਪਾਤਸ਼ਾਹੀ ਦੇ ਵੱਡੇ ਸਾਹਿਬਜ਼ਾਦੇ ਜੋ ਬਾਬਾ ਗੁਰਦਿੱਤਾ ਜੀ ਸਨ, ਉਹਨਾਂ ਦੇ ਆਪਣੇ ਹੱਥਾਂ ਦਾ ਲਿਖਿਆ ਹੋਇਆ ਇੱਕ ਛੋਟੇ ਆਕਾਰ ਦੀ ਪੋਥੀ, ਜਿਵੇਂ ਗੁਟਕਾ ਕਹਿੰਦੇ ਆ, ਕਰਤਾਰਪੁਰ ਸਾਹਿਬ ਸ਼ੀਸ਼ ਮਹਿਲ ਵਿਖੇ ਹੈ।
ਸੋ ਉਸ ਪੋਥੀ ਵਿੱਚ ਰਹਿਰਾਸ ਸਾਹਿਬ ਦੇ 9 ਸ਼ਬਦ ਲਿਖੇ ਹੋਏ ਨੇ, ਸੋਦਰ ਤੋਂ ਲੈ ਕੇ ਭਈ ਪ੍ਰਾਪਤ ਮਾਨੁਖ ਦੇਹੁਰੀਆ ਤੱਕ। ਸੋ ਇਹਦੇ ਅੱਗੇ ਦੋਹਰਿਆਂ ਸਵਈਆਂ ਸਹਿਤ ਚੌਪਈ ਸਾਹਿਬ ਦਾ ਪਾਠ, ਆਨੰਦ ਸਾਹਿਬ ਦਾ ਪਾਠ, ਮੁੰਦਾਵਣੀ ਦਾ ਪਾਠ, ਤਿੱਥੈ ਤੂੰ ਸਮਰੱਥ, ਅੰਤਰ ਗੁਰ ਆਰਾਧਨਾ, ਰੱਖੇ ਰੱਖਣਹਾਰ, ਇਹ ਸਾਰੀ ਰਹਿਰਾਸ ਪੜ੍ਹਨ ਦੀ ਮਰਿਆਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਾਰੰਭ ਕੀਤੀ ਹੈ। ਸੋ ਉਸੇ ਮਰਿਆਦਾ ਅਨੁਸਾਰ ਸਾਰੀ ਰਹਿਰਾਸ ਸਾਹਿਬ ਭਾਈ ਮਨੀ ਸਿੰਘ ਨੇ 5 ਗ੍ਰੰਥੀ 'ਚ ਲਿਖੀ ਹੈ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਹੁਣ ਤੱਕ 5 ਗ੍ਰੰਥੀ ਵਾਲੀ ਰਹਿਰਾਸ ਪੜ੍ਹਦੇ ਨੇ। ਸ੍ਰੀ ਅਨੰਦਪੁਰ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਉੱਤੇ ਵੀ ਸੰਪੂਰਨ ਰਹਿਰਾਸ ਦਾ ਪਾਠ ਹੁੰਦਾ ਸੀ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ, ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਵੀ ਪਹਿਲੇ ਸਮੇਂ ਵਿੱਚ ਸੰਪੂਰਨ ਰਹਿਰਾਸ ਦਾ ਪਾਠ ਹੁੰਦਾ ਸੀ। ਫਿਰ ਸਮਾਂ ਆਇਆ ਹਰਿਮੰਦਰ ਸਾਹਿਬ ਦੇ ਵਿੱਚ ਜਦੋਂ ਸੋ ਅਕਾਲੀ ਲਹਿਰ ਪ੍ਰਾਰੰਭ ਹੋਈ, 3 ਗ੍ਰੰਥੀ ਸਨ, ਭਾਈ ਜਵਾਹਰ ਸਿੰਘ ਜੀ ਹੈੱਡ ਗ੍ਰੰਥੀ, ਭਾਈ ਸਾਹਿਬ ਹੀਰਾ ਸਿੰਘ ਜੀ, ਭਾਈ ਸਾਹਿਬ ਭਗਤ ਸਿੰਘ ਜੀ। ਇਹ ਸਾਰੇ ਗ੍ਰੰਥੀ ਦੋਹਰੇ ਚੌਪਈਆਂ ਸਮੇਤ ਪੁਰਾਤਨ ਮਰਿਆਦਾ ਅਨੁਸਾਰ ਸੰਪੂਰਨ ਰਹਿਰਾਸ ਪੜ੍ਹਦੇ ਰਹੇ ਨੇ। ਭਾਈ ਜਵਾਹਰ ਸਿੰਘ ਦੇ ਘਰ ਲੜਕਾ ਕੋਈ ਨਹੀਂ ਸੀ। ਬਲੋਚਿਸਤਾਨ ਚਿਮਨ ਦੇ ਇਲਾਕੇ ਇੱਕ ਪ੍ਰੇਮੀ ਦੇ ਘਰ ਸੰਤਾਨ ਨਹੀਂ ਸੀ ਹੁੰਦੀ। ਉਹਨੇ ਗੁਰੂ ਰਾਮਦਾਸ ਜੀ ਦੀ ਮੰਨਤ ਮੰਨੀ, ਜੇਕਰ ਲੜਕਾ ਹੋਵੇਗਾ ਤਾਂ ਪਹਿਲੇ ਆਪ ਜੀ ਦੀ ਭੇਟਾ ਕਰਾਂਗਾ। ਗੁਰੂ ਸਾਹਿਬ ਦੀ ਕਿਰਪਾ ਨਾਲ ਜਦ ਉਹਦੇ ਘਰ ਲੜਕਾ ਹੋਇਆ ਤਾਂ ਮਾਤਾ ਜੀ ਨੇ ਲਿਆ ਕੇ ਉਹ ਲੜਕਾ ਸ੍ਰੀ ਹਰਿਮੰਦਰ ਸਾਹਿਬ ਚੜ੍ਹਾ ਦਿੱਤਾ। ਉਸ ਵੇਲੇ ਉਹ ਲੜਕਾ ਭਾਈ ਜਵਾਹਰ ਸਿੰਘ ਨੇ ਆਪਣਾ ਪੁੱਤਰ ਬਣਾ ਕੇ ਉਹਨੂੰ ਪਾਲਿਆ। ਉਹਦਾ ਨਾਂ ਭਾਈ ਫਤਿਹ ਸਿੰਘ ਰੱਖਿਆ। ਸੋ ਅਕਾਲੀ ਲਹਿਰ ਵੇਲੇ 1920 ਵਿਖੇ ਭਾਈ ਫਤਿਹ ਸਿੰਘ ਜੀ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਨ। ਉਹ ਵੀ ਕਲਗੀਧਰ ਮਹਾਰਾਜ ਦੀ ਮਰਿਆਦਾ ਅਨੁਸਾਰ ਸੰਪੂਰਨ ਰਹਿਰਾਸ ਸਾਹਿਬ ਦਾ ਪਾਠ ਬਹੁਤ ਸਮਾਂ ਕਰਦੇ ਰਹੇ। ਇਹ ਗੱਲ ਸ਼੍ਰੀਮਾਨ ਬ੍ਰਹਮ ਗਿਆਨੀ ਸੰਤ ਅਮੀਰ ਸਿੰਘ ਜੀ ਸੁਣਾਇਆ ਕਰਦੇ ਸਨ। ਪੁਰਾਣੇ ਸਮੇਂ ਦੀਆਂ ਗੱਲਾਂ ਪੁਰਾਣੇ ਬਜ਼ੁਰਗ ਵੀ ਸਾਰੇ ਸੁਣਾਉਂਦੇ ਕਿ ਅਕਾਲੀ ਲਹਿਰ ਸਨ 1920 ਤੋਂ ਚੱਲੀ। ਉਸ ਲਹਿਰ ਦੇ ਸਮੇਂ ਵਿੱਚ ਵੀ 1930 ਤੱਕ ਸੰਪੂਰਨ ਰਹਿਰਾਸ ਦਾ ਪਾਠ ਦੋਹਰੇ ਚੌਪਈਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸੁਣਦੇ ਰਹੇ ਹਾਂ। ਫਿਰ ਕਹਿੰਦੇ ਨੇ ਹੁਸ਼ਿਆਰਪੁਰ ਤੋਂ ਸ੍ਰੀਮਾਨ ਮਹੰਤ ਜਮੀਤ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 2 ਰਮਾਲੇ ਤਿੱਲੇ ਵਾਲੇ 1960 ਨੂੰ ਬਣਨ ਵਾਸਤੇ ਭੇਜੇ ਸਨ। ਉਹਨਾਂ ਨੇ ਇੱਕ ਬਿਰਧ ਪ੍ਰੇਮੀ ਭੇਜਿਆ ਸੀ ਜਿਹਦਾ ਨਾਮ ਸੀ ਭਾਈ ਜੈ ਸਿੰਘ। ਉਹਨਾਂ ਨੇ ਆਪਣਾ ਸਾਰਾ ਜ਼ਿਕਰ ਦਾਸ ਨੂੰ ਸੁਣਾਇਆ। ਕਹਿੰਦੇ ਉਸ ਵਕਤ ਮਹਾਂਪੁਰਖ ਦੱਸਦੇ ਹੁੰਦੇ ਸੀ ਕਿ ਮੈਂ ਪਹਿਲੇ ਸਰਗੋਧੇ ਗੁਰਦੁਆਰੇ ਵਿੱਚ ਗ੍ਰੰਥੀ ਸੀ। ਸੋ ਉਸ ਵਕਤ ਕਹਿੰਦੇ ਮੇਰੇ ਹੁੰਦਿਆਂ ਹੀ ਅਕਾਲੀ ਲਹਿਰ ਚੱਲੀ ਆ। ਉਸੇ ਲਹਿਰ ਵਿੱਚ ਮੈਂ ਸ਼ਾਮਲ ਸਾਂ। ਮੈਨੂੰ ਸ੍ਰੀ ਤਰਨਤਾਰਨ ਸਾਹਿਬ 2 ਸਾਲ ਗ੍ਰੰਥੀ ਰੱਖਿਆ 1920 ਤੋਂ 21 ਤੱਕ। ਇਹਦੇ ਵਿੱਚ ਮੈਂ ਆਪ ਕਹਿੰਦੇ ਉੱਥੇ ਪੁਰਾਤਨ ਮਰਿਆਦਾ ਅਨੁਸਾਰ ਦੋਹਰੇ ਚੌਪਈਆਂ ਸਮੇਤ ਰਹਿਰਾਸ ਦਾ ਪਾਠ ਕਰਦਾ ਰਿਹਾ ਅਤੇ ਜਦ ਵੀ ਮੈਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਦਾ ਸਮਾਂ ਮਿਲਦਾ ਤਦ ਮੈਂ ਇੱਥੇ ਵੀ ਭਾਈ ਫਤਿਹ ਸਿੰਘ ਜੀ ਗ੍ਰੰਥੀ ਪਾਸੋਂ ਰਹਿਰਾਸ ਦਾ ਸੰਪੂਰਨ ਪਾਠ ਸੁਣਦਾ। ਸੋਦਰ ਤੋਂ ਲੈ ਕੇ ਭਈ ਪ੍ਰਾਪਤ ਤੱਕ ਅਤੇ ਹਮਰੀ ਕਰੋ ਹਾਥ ਦਰ ਛਤ ਲੈ ਕੇ ਇਤ ਸ੍ਰੀ ਤੱਕ। ਫਿਰ ਮੈਂ ਨਾ ਗਣੇਸ਼ਾ ਪ੍ਰਿਥਮ ਮਨਾਉ ਤੋਂ ਲੈ ਕੇ ਅਖੀਰ ਰੱਖੇ ਰੱਖਣਹਾਰ ਤੱਕ ਪੁਰਾਤਨ ਮਰਿਆਦਾ ਰਹਿਰਾਸ ਸਾਹਿਬ ਪੜ੍ਹਨ ਦੀ ਹੈ। ਇਹ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਸੋ ਮਹਾਰਾਜ ਨੇ ਆਪ ਹੀ ਆਰੰਭ ਕੀਤੀ ਹੈ। ਸ਼੍ਰੀਮਾਨ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਦੱਸਿਆ ਕਰਦੇ ਸੀ ਕਿ ਕਲਗੀਧਰ ਮਹਾਰਾਜ ਦੇ ਕਮਰ ਕਸੇ ਦਾ ਜੋ ਗੁਟਕਾ ਹੈ, ਜੋ ਪੋਥੀ ਆ ਉਹਨਾਂ ਦੀ, ਸੋ ਉਹਦੇ ਦਰਸ਼ਨ ਕਹਿੰਦੇ ਅਸੀਂ ਰਾਜਸਥਾਨ ਵਿੱਚ ਧੌਲਪੁਰ ਮਹਿਲਾਂ ਦੇ ਵਿੱਚ ਕੀਤੇ ਆ। ਉਸ ਗੁਟਕੇ 'ਚ ਪੁਰਾਤਨ ਮਰਿਆਦਾ ਵਾਲੀ ਸੰਪੂਰਨ ਰਹਿਰਾਸ ਲਿਖੀ ਹੋਈ ਹੈ। ਕਿਉਂਕਿ ਜਿਹੜੇ ਵੀ ਮਨੁੱਖ ਆਪਣੀ ਸੋ ਮਨ ਦੇ ਮਤ ਅਨੁਸਾਰ ਦਸ਼ਮੇਸ਼ ਪਿਤਾ ਜੀ ਦੀ ਫਰਮਾਈ ਹੋਈ ਮਰਿਆਦਾ ਅਨੁਸਾਰ ਸੰਪੂਰਨ ਰਹਿਰਾਸ ਦਾ ਪਾਠ ਨਹੀਂ ਪੜ੍ਹਦੇ ਜਾਂ ਨਹੀਂ ਸੁਣਦੇ, ਉਹਨਾਂ ਨੂੰ ਕਲਗੀਧਰ ਮਹਾਰਾਜ ਨਾ ਤਾਂ ਪਿਆਰ ਕਰਦੇ ਨੇ ਨਾ ਮੁਕਤ ਕਰਦੇ ਨੇ। ਇਸ ਕਰਕੇ ਅਸਲੀਅਤ ਦੱਸ ਦੇਣ ਨਾਲ ਸਾਡੇ ਸਿਰ ਤੋਂ ਗੁਨਾਹ ਉਤਰ ਜਾਂਦਾ। ਕੱਲ ਨੂੰ ਕੋਈ ਇਹ ਨਾ ਕਹੇ ਵੀ ਸਾਨੂੰ ਨਹੀਂ ਸੀ ਦੱਸਿਆ ਕਿਸੇ ਨੇ। ਬਾਣੀ ਵੱਧ ਪੜ੍ਹਨ ਦਾ ਕੋਈ ਨੁਕਸਾਨ ਨਹੀਂ ਆ। ਜੇ ਘੱਟ ਪੜ੍ਹਦੇ ਆ ਤਾਂ ਕੱਲ ਨੂੰ ਜੇ ਪੁੱਛ-ਗਿੱਛ ਹੋਊਗੀ ਸੋ ਉਹਦਾ ਨੁਕਸਾਨ ਹੈ। ਸੋ ਐਸਾ ਵਿਚਾਰ ਪ੍ਰਿੰਸੀਪਲ ਪ੍ਰੋਫੈਸਰ ਜੋਧ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਵਾਲਿਆਂ ਨੇ ਵੀ ਦਿੱਤੇ ਸੀ। ਕਹਿੰਦੇ ਮੇਰਾ ਤਾਂ ਖਿਆਲ ਹੈ ਕਿ ਵੱਧ ਬਾਣੀ ਪੜ੍ਹ ਲੈਣੀ ਚੰਗੀ ਆ।
हरेक बाणी जे आपां छड़ के जाइए नहीं जानी है, कल नूं कोई फेर खोज हो जावे नवीं ते सिद्ध हो जावे कोई चीज़, ਇਹਦਾ मतलब साडी ਜਿਹੜੀ बीते समय 'ਚ पढ़ी हुई बाणी आ ਉਹਨੂੰ कहांगे वो व्यर्थ होगी, बई असीं तां गलती पढ़ते रहे। सो ऐसा करना ही क्यों है फिर। सो महाराज ने रहरास की मर्यादा अनुसार दसिया, जदों एक समय की गल है कि रावी दरिया के किनारे करतारपुर साहिब सेवा करदिआं धन गुरु अंगद देव साहब महाराज ने गुरु नानक महाराज को बेनती की, सच्चे पातशाह कोले, महाराज जी आप कृपा करके मैनू सुन्न समाधि वाले के दर्शन करवा दो, क्योंकि सुन्न समाधि वाले बहुत उपर होंदे ने अवस्था च। धन गुरु नानक देव महाराज ने बचन किया, भाई पुरखा नेत्र बंद कर। जां उन्होंने नेत्र बंद किए तो की देखा कि किसी होर ही देश चले गए। जाके पूछया ये सुन्न समाधियां का देश है? उत्थों के वासियों ने कहा नहीं जी वो देश तो अगे है, पर उन्होंने हथ मूँह काले देखे। जां अगे गए तो उत्थों के वासी लोगों के मुख जिहड़े सूर दे लगे हुए सी। गुरु अंगद देव महाराज ने पूछण दे कहा कि सुन्न समाधियां वाले कित्थे ने? कहंदे वो तो अगे ने। अगे जाके देखा उन्हों दे मूँह पिछले पासे लगे हुए ने घुम के, वो तो अगे जाके धौणा विच किले ठोके हुए ने। उन्होंने तो पूछया सुन्न समाधियां वाले कित्थे ने? उन्होंने भी कहा अगे ने। अगे जाके सुंदर स्वरूप वालियां पच्छरां देखियां, वो पुठे लटकदे हुए मनुक्खां दा मांस खा रहीआं। वो विचारे हाय हाय करके कुरला रहे ने। उन्होंने भी सुन्न समाधियां दा देश अगे ही दस्सिया। जां अगे गए तो वो जगह कोई आदमी नहीं सी। शाम होई, सतगुरु अंगद देव जी उत्थे बैठे रहे। 2 घड़ियां रात गई ते देवलोक विचों दिव्य स्वरूप उतरे। कुदरती पलंग विछ गए, थाल भी लग आए, उपरों ही आए। सारिਆਂ ने प्रसाद छकिया। धन गुरु अंगद देव महाराज नूं छकाया ते सत्कार नाल पलंग ते बिठाया। ज्यां प्रसादा छक लिया तो सतगुरु अंगद देव महाराज ने पूछया भाई सुन्न समाधियां दी यही नगरी है? सो उन्होंने कहा जी सानू बोलण की लोड़ नहीं, तुसीं साडे शरीर नाल कंन लगा के सुनो। जां सुनिया तो सारे शरीर के रोम रोम विचों वाहिगुरू वाहिगुरू की आवाज़ आ रही सी। तां जान लिया कि यही सुन्न समाधियां वाले है। फिर पूछया कि जो पहला लोगों के हथ मूँह काले सन, अगे जाके सूर के मूँह वाले लोग देखे कौन सी? सो उन्होंने कहा कि उन्होंने लोगों ने विपता समय लोड़ पूरी करने वास्ते संगत विच मन्नतां मन्नियां, अरदासां कराईयां, पर सुखना ना दित्तियां। इस दोष करके उन्होंने मूँह काले कीते जांदे हैं। अते सूर के मूँह वाले वो मनुख ने जिन्हां ने कोई दान पुण्य नहीं कीता अते सिर्फ पराई निंदा ही करते रहे ने। सो वो किसी गुरु पीर के अगे निवे ही नहीं, इस करके उन्होंने मूँह ऐसे लग गए ने। फिर महाराज ने पूछया कि अगे आके जिन्हां दे मूँह पिठ पिछे लगे हुए ने वो कौन ने, ते जिहड़े किले ठुके देखे ने उन्होंने की माड़ा काम कीता? तां उन्होंने कहा कि मात लोक की धरती उत्ते वो पुण्य का सदका अमीर तां बन गए, पर किसी सवाली का सवाल ना पूरा किया। किसी मंगते ने जे हथ अड के कुछ मंगया तो मूँह फेर लिया। सो वो पुठे मूँह वाले बनाते परमेश्वर ने, जिन्हां दा मूँह ही पुठा रहिंदा। अते जिन्हां लोकां दीयां धौणां विच किले ठुके देखे ने उन्हां ने कदे भी धर्मशाला जां गुरु घर जां संत भगत अगे अपना सिर नवाया ही नहीं, झुकाया ही नहीं। वो हमेशा ही हंकार विच आकड़े रहे, जिस करके उन्हां दीयां धौणां विच किले ठोक दिते परमेश्वर ने। तो अगे जिउंदे पुरखां नूं सुंदर रूप वालियां इस्त्रियां खा रहीआं, वो की पाप कीता? कहंदे जिन्हां ने मात लोक विच अपणीआं धीआं भैणां दे पैसे लैके खाधे ने, वो अपना बदला लैण वास्ते उन्हां दा मांस वड़-वड़ खांदियां ने। फिर उन्हां तों पुछया तुसीं इस वेले कित्थों आए हो, सारा दिन कित्थे रहिंदे हो? तां उन्हां कहा जी सुणो, असीं बड़े पुन्नी पुरुष हां, मात लोक विच बड़े पुन्न कीते, नाम भी जपिया, पर रह रास दे समय धर्मशाला जां गुरु घर नहीं गए, ना ही आप घरे बह के रह रास का पाठ किया। इस करके असीं सारा दिन तां निरंकार दे दरबार विच रह के उहदा दर्शन करदे हां, पर रह रास दे समय सचखंड विचों कढे जांदे हां। एक पहर निरंकार दे पास नहीं जा सकते, फिर जाते हैं। ये सारा कौतक विखा के सतगुरु नानक देव जी ने गुरु अंगद देव महाराज के नेत्र खुलवाए ते रह रास पढ़न का महात्मा अपनी रसना तो उच्चारण किया।
ਸੋ ਇਹ ਜਨਮ ਸਾਖੀ ਭਾਈ ਬਾਲੇਵਾਲੀ ਵਿੱਚ 483 ਅੰਗ ਤੇ ਇਹ ਸਾਖੀ ਲਿਖੀ ਹੋਈ ਆ। ਤੋ ਇਸ ਲਈ ਸਰਬੱਤ ਮਾਈ ਭਾਈ ਅੱਗੇ ਬੇਨਤੀ ਹੈ ਕਿ ਰੋਜ਼ਾਨਾ ਹੀ ਸ਼ਾਮ ਵੇਲੇ ਰਹਿ ਰਾਸ ਦਾ ਪਾਠ ਕਰਿਆ ਕਰੋ ਤਾਂ ਕਿ ਦਰਗਾਹ ਦੇ ਵਿੱਚ ਇਸਤਤੀ ਹੋਵੇ। ਜਿਹੜਾ ਮਨੁੱਖ ਸ਼ਾਮ ਵੇਲੇ ਰਹਿ ਰਾਸ ਦਾ ਪਾਠ ਨਹੀਂ ਕਰਦਾ ਉਹਨੂੰ ਦਰਗਾਹ ਵਿੱਚ ਢੋਈ ਨਹੀਂ ਮਿਲਦੀ ਅਤੇ 84 ਲੱਖ ਜੂਨੀਆਂ 'ਚ ਫਿਰਦਾ ਰਹਿੰਦਾ। ਇਸ ਉੱਤੇ ਕਲਗੀਧਰ ਮਹਾਰਾਜ ਨੇ ਰਹਿਤਨਾਮਿਆਂ 'ਚ ਲਿਖਵਾਇਆ ਆਪ ਭਾਈ ਨੰਦ ਲਾਲ ਜੀ ਨੂੰ। ਮਹਾਰਾਜ ਬਚਨ ਕਰਦੇ ਚੌਪਈ ਠੰਡੇ ਪਾਣੀ ਜੋ ਨਹੀਂ ਨਹਾਵੈ ਬਿਨ ਜਪ ਪੜ੍ਹੇ ਪ੍ਰਸਾਦ ਜੋ ਪਾਵੈ। ਠੰਡੇ ਪਾਣੀ ਦਾ ਭਾਵ ਇੱਥੇ ਬਰਫ ਵਾਲਾ ਪਾਣੀ ਨਹੀਂ, ਸੁਭਾਵਕ ਨਿਕਲਿਆ ਹੋਇਆ ਪਾਣੀ। ਉਹ ਅੱਜ ਕੱਲ੍ਹ ਪਹਿਲਾਂ ਪੰਜਾਬ ਦੇ ਵਿੱਚ ਪੁਰਾਣਿਆਂ ਨੂੰ ਪਤਾ ਜਿਹੜਾ ਖੂਹ 'ਚੋਂ ਪਾਣੀ ਨਿਕਲਦਾ ਸੀ ਬੜਾ ਨਿੱਘਾ ਹੁੰਦਾ ਸੀ। ਹੁਣ ਵੀ ਨਲਕਾ ਗੇੜੀਏ ਜਾਂ ਮੋਟਰ ਜੀ ਘਰੇ ਚਲਾ ਲਈਏ ਪਾਣੀ ਐਨ ਕੋਸਾ ਆਉਂਦਾ ਵਿੱਚੋਂ। ਉਹ ਪਾਣੀ ਦੀ ਗੱਲ ਕੀਤੀ, ਠੰਡਾ ਪਾਣੀ। ਸੋ ਇੱਕ ਐਸਾ ਕਿ ਜਿਵੇਂ ਇੱਥੇ ਆ ਬਰਫ਼ ਜੰਮ ਜਾਂਦੀ ਹੈ, ਬਹੁਤ ਜ਼ਿਆਦਾ ਠੰਡਿਆਈ ਪਾਣੀ ਦੀ, ਫੇਰ ਵੀ ਉਹਨੂੰ ਇੰਨਾ ਕੁ ਕਰੇ ਜਿੰਨਾ ਬਸ ਬਿਲਕੁਲ ਠਾਰ ਜੀ ਭੰਨ ਕੇ। ਬਹੁਤ ਜ਼ਿਆਦਾ ਅੱਗ ਵਰਗੇ ਪਾਣੀ ਨਾਲ ਨਹਾਉਣ ਨਾਲ ਡਾਕਟਰ ਵੀ ਮੰਨਦੇ ਨੇ ਕਿ ਸਰੀਰ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਹੋ ਸਕਦੀਆਂ, ਪਰ ਜਿਨ੍ਹਾਂ ਨੂੰ ਕਈ ਪ੍ਰਕਾਰ ਦੇ ਰੋਗ ਨੇ ਉਹਨਾਂ ਨੂੰ ਗਰਮ ਪਾਣੀ ਦਾ ਨੁਕਸਾਨ ਨਹੀਂ। ਇਸ ਕਰਕੇ ਬਿਨ ਰਹਿ ਰਾਸ ਸੰਧਿਆ ਜੋ ਖੋਵੈ ਕੀਰਤਨ ਪੜ੍ਹੇ ਬਿਨ ਰੈਨ ਜੋ ਸੋਵੈ। ਕੀਰਤਨ 16 ਪੜ੍ਹੇ ਤੋਂ ਬਿਨਾਂ ਜਿਹੜਾ ਸੌਂਦਾ ਹੈ। ਚੁਗਲੀ ਕਰ ਜੋ ਕਾਜ ਵਿਗਾੜ ਹੈ ਧ੍ਰਿਗ ਤਿਸ ਜਨਮ ਸੋ ਧਰਮ ਵਿਸਾਰ ਹੈ। ਚੁਗਲੀ ਕਰਕੇ ਕਿਸੇ ਦਾ ਕੰਮ ਵਿਗਾੜ ਦੇਣਾ ਧ੍ਰਿਗ ਜਨਮ ਹੈ ਉਹਦਾ। ਕਰੈ ਬਚਨ ਸੋ ਪਾਲੈ ਨਾਹੀ ਗੋਬਿੰਦ ਸਿੰਘ ਤਿਸ ਠੌਰ ਕਦ ਨਾਹੀ। ਫਿਰ ਭਾਈ ਪ੍ਰਹਿਲਾਦ ਸਿੰਘ ਦੇ ਰਹਿਤਨਾਮੇ 'ਚ ਲਿਖਾਇਆ ਪ੍ਰਾਤਾ ਕਾਲ ਗੁਰ ਗੀਤ ਨਾ ਗਾਵੈ ਆਸਾ ਦੀ ਵਾਰ ਰਹਿ ਰਾਸ ਬਿਨਾ ਪ੍ਰਸਾਦ ਜੋ ਪਾਵੈ। ਰਹਿ ਰਾਸ ਪੜੇ ਤੋਂ ਬਿਨਾਂ ਰੋਟੀ ਖਾਣੀ ਹੈ। ਬਾਹਰ ਮੁਖੀ ਸਿੱਖ ਤਿਸ ਜਾਨੋ। ਉਹ ਬਾਹਰਲਾ ਹੀ ਸਿੱਖ ਹੈ, ਬਸ ਸਰੀਰ ਕਰਕੇ ਬਾਹਰੋਂ ਦਿਖਾਵਾ ਹੀ ਕਰ ਰਿਹਾ। ਉਹ ਜੇ ਰਹਿ ਰਾਸ ਨਹੀਂ ਪੜ੍ਹੀ ਫਿਰ ਦਿਖਾਵੇ ਦਾ ਸਿੱਖ ਹੈ। ਸਭ ਬਰਤਨ ਮਿਥਿਆ ਤਿਸ ਮਾਨੋ 184 ਭ੍ਰਮਤਾ ਫਿਰੈ ਬਾਰ ਬਾਰ ਜਗ ਜਨਮੈ ਮਰੈ। ਗੁਰੂ ਬਚਨ ਸਿਉ ਟੂਟਾ ਜਾਏ ਦਰਗਹਿ ਤਾ ਕਉ ਮਿਲੈ ਸਜਾਏ। ਇਹ ਭਾਈ ਪ੍ਰਹਿਲਾਦ ਸਿੰਘ ਵਾਲੇ ਰਹਿਤਨਾਮੇ 'ਚ ਬਚਨ ਆਏ ਨੇ। ਇਸ ਕਰਕੇ ਰਹਿ ਰਾਸ ਪੜ੍ਹੇ ਬਿਨਾ ਸਮਾਂ ਜੋ ਖੋਵੈ। ਐਸੇ ਅੱਗੇ ਹੋਰ ਬਹੁਤ ਸਾਰੇ ਰਹਿਤਨਾਮੇ 'ਚ ਲਿਖੀਆਂ ਚੀਜ਼ਾਂ ਤਾਈਓ ਮਹਾਂਪੁਰਸ਼ ਆਮ ਤੌਰ ਤੇ ਦੇਖਿਆ ਗੱਲਾਂ ਬਾਤਾਂ ਕਰਦੇ ਕਰਦੇ ਜੇ ਅਚਾਨਕ ਦੇਖਣ ਸਮਾਂ ਹੋ ਗਿਆ ਰਹਿ ਰਾਸ ਦਾ ਉਸੇ ਟਾਈਮ ਉੱਠ ਕੇ ਚਲੇ ਜਾਂਦੇ ਨੇ। ਪਹਿਲਾਂ ਰਹਿ ਰਾਸ ਪੜ੍ਹੀਏ ਬਾਕੀ ਗੱਲਾਂ ਬਾਅਦ 'ਚ। ਤਾਂ ਅਗਲੀ ਬਾਣੀ ਜੋ ਨਿਤਨੇਮ ਦੀ ਬਾਣੀ ਹੈ ਸਾਡੀ, ਰਾਤ ਨੂੰ ਕੀਰਤਨ ਸੋਹਿਲਾ ਪੜ੍ਹਦੇ ਹਾਂ। ਕੀਰਤਨ ਸੋਹਿਲਾ ਜੋ ਨਾਮ ਪਿਆ ਇਹ ਪਹਿਲਾਂ ਪੁਰਾਣੇ ਟਾਈਮ 'ਚ ਹਰਿਮੰਦਰ ਸਾਹਿਬ ਦੇ ਵਿੱਚ ਰਾਗੀ ਗਾ ਕੇ ਪੜ੍ਹਦੇ ਸੀ, ਉਦੋਂ ਕੀਰਤਨ ਸੋਹਿਲਾ ਨਾਮ ਪੈ ਗਿਆ। ਅਥਵਾ ਦੋ ਅੱਖਰ ਨੇ। ਸੋਹਿਲਾ ਨਾਮ ਜਸਦਾ ਹੈ, ਕੀਰਤਨ ਨਾਮ ਵੀ ਜਸਦਾ ਹੀ ਹੈ। ਇਸ ਕਰਕੇ ਰਹਿ ਰਾਸ ਕੀਰਤਨ ਸੋਹਿਲਾ ਪਿਆ। ਫਿਰ ਜ਼ਿਆਦਾ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ ਕਿ ਦੁਨੀਆ ਦੇ ਅੰਦਰ ਕੋਈ ਨਵੀਂ ਜੀ ਗੱਲ ਸ਼ੁਰੂ ਕਰ ਦਈਏ ਤਾਂ ਕਿ ਲੋਕ ਕਹਿਣ ਬੜਾ ਸਿਆਣਾ, ਉਹਨਾਂ ਨੇ ਸੋਹਿਲਾ ਇਕੱਲਾ ਕਹਿਣਾ ਸ਼ੁਰੂ ਕੀਤਾ। ਇਸ ਕਰਕੇ ਥੋੜ੍ਹੀ ਜਿਹੀ ਇਹਦੇ ਵਿੱਚ ਜਦੋਂ ਬਣਤਰ ਜੀ ਬਦਲ ਦਈਏ ਤਾਂ ਲੋਕੀ ਕਹਿੰਦੇ ਇਹ ਬਹੁਤ ਵਿਦਵਾਨ ਹੈ, ਪਰ ਕੀਰਤਨ ਸੋਹਿਲਾ ਪੁਰਾਣਾ ਹੀ ਅੱਖਰ ਹੈ। ਸੋ ਮਹਾਰਾਜ ਬਖਸ਼ਿਸ਼ ਕਰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਸਵੇਰ ਦੀ ਬਾਣੀ ਬਖਸ਼ਿਸ਼ ਕੀਤੀ ਹੈ। ਸੰਧਿਆ ਸਮੇਂ ਸ਼ਾਮ ਨੂੰ ਰਹਿ ਰਾਸ ਸਾਹਿਬ ਸ਼ਾਮ ਦੀ ਸੰਧਿਆ ਹੈ। ਕੀਰਤਨ ਸੋਹਿਲਾ ਮਧਿਆਨ ਦੀ ਸੰਧਿਆ ਵਰਣਨ ਕਰਦੇ ਨੇ। ਕੀਰਤਨ ਸੋਹਿਲੇ ਦਾ ਪਾਠ ਪਹਿਲਾਂ ਦੁਪਹਿਰ ਵੇਲੇ ਪੜ੍ਹਦੇ ਹੁੰਦੇ ਸੀ। ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬੇਨਤੀ ਪ੍ਰਵਾਨ ਕਰਕੇ ਦੀ ਮਹਾਰਾਜ ਦੀ ਬੇਨਤੀ ਸ਼ਰਵਣ ਕੀਤੀ ਕਿ ਧੰਨ ਗੁਰੂ ਨਾਨਕ ਦੇਵ ਨੇ ਰਾਤ ਨੂੰ ਸੌਣ ਵੇਲੇ ਬਾਣੀ ਪੜ੍ਹਨ ਦੀ ਆਗਿਆ ਕਰ ਦਿੱਤੀ। ਉਹ ਇਸ ਤਰ੍ਹਾਂ ਬਚਨ ਹੋਇਆ ਕਿ ਇੱਕ ਦਿਨ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਵਿਖੇ ਦੁਪਹਿਰ ਦੇ ਸਮੇਂ ਤੇ ਆਰਾਮ ਕਰ ਰਹੇ ਸੀ ਪਲੰਘ ਤੇ। ਸਤਿਗੁਰੂ ਅੰਗਦ ਦੇਵ ਮਹਾਰਾਜ ਚਰਨਾਂ ਕਮਲਾਂ ਨੂੰ ਝੱਸ ਰਹੇ ਸੀ। ਚਰਨ ਚਾਪੀ ਕਰਦੇ ਕਰਦੇ ਹੱਥ ਲਿਬੜ ਗਏ, ਅੱਖਾਂ ਖੋਲੀਆਂ ਗਈ, ਵੇਖਿਆ ਕਿ ਗੁਰੂ ਨਾਨਕ ਸਾਹਿਬ ਦੇ ਚਰਨਾਂ ਚੋਂ ਖੂਨ ਨਿਕਲ ਰਿਹਾ ਹੈ। ਤਾਂ ਬੜੇ ਹੈਰਾਨ ਹੋ ਕੇ ਪੁੱਛਦੇ ਗਰੀਬ ਨੂੰ, ਅੱਜ ਆਪ ਕਿਧਰੇ ਬਾਹਰ ਵੀ ਨਹੀਂ ਗਏ, ਕੰਡੇ ਕਿਸ ਪ੍ਰਕਾਰ ਲੱਗ ਗਏ?
ਬੂਝਿਓ ਬਹਿਣੇ ਦਵੈ ਬੰਦੇ। ਉਸ ਵਕਤ ਪੁੱਛਿਆ ਦੋਨੋਂ ਹੱਥ ਜੋੜ ਕਰਕੇ, ਕਿਸ ਵਿਦ ਕੰਟਕ ਲਗੇ ਮੁਕੰਦੇ। ਬਾਬਾ ਲਹਿਣਾ ਜੀ ਪੁੱਛਦੇ ਨੇ ਕਿ ਇਹ ਜਿਹੜੇ ਕੰਡੇ ਲੱਗੇ ਨੇ, ਇਹ ਮੁਕਤੀ ਦਾਤਾ ਜੀ ਕੰਡੇ ਲੱਗ ਕਿੱਥੋਂ ਗਏ? ਆਪ ਜੀ ਦੇ ਗਏ ਤਾਂ ਕਿਤੇ ਵੀ ਨਹੀਂ। ਵਹਿਰ ਕਹੂੰ ਅਸ ਠੌਰ ਨਾ ਮਾਹੀ, ਗਮਨੇ ਪ੍ਰਭੂ ਆਪ ਕਬ ਨਾਹੀ। ਇਹੋ ਜਿਹੇ ਥਾਮ ਨਹੀਂ ਗਏ ਜਿੱਥੇ ਕੰਡੇ ਹੋਣ। ਅਬ ਲਾਗੀ ਹੈ ਪਰ ਹੈ ਲਿਖਾਈ, ਇਹ ਕਾਰਨ ਮੁਝ ਦੇਹੋ ਬਤਾਈ। ਹੁਣ ਮੈਨੂੰ ਲੱਗਦਾ ਸੂਲਾਂ ਲੱਗੀਆਂ ਹੋਈਆਂ ਤੁਹਾਡੇ, ਇਹ ਮੈਨੂੰ ਕਾਰਨ ਦੱਸੋ ਕੀ ਹੈ। ਸੁਣ ਕੈ ਸ੍ਰੀ ਗੁਰ ਗਿਰਾ ਅਲਾਈ, ਏਕ ਅਯਾਲੀ ਅਜਾ ਚਰਾਈ। ਇਹ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ, ਪੁਰਖਾ ਬਾਹਰ ਇੱਕ ਅਯਾਲੀ ਬੱਕਰੀਆਂ ਚਰਾਉਂਦਾ ਹੋਇਆ ਕੀਰਤਨ ਸੋਲੇ ਦਾ ਪਾਠ ਕਰੀ ਜਾਂਦਾ, ਨਾਲੇ ਤੁਰਿਆ ਜਾਂਦਾ। ਕੰਡੇ ਬਹੁਤ ਸਾਰੇ ਨੇ, ਉਹਦੀ ਅਸੀਂ ਰੱਖਿਆ ਕਰ ਰਹੇ ਹਾਂ। ਉਹ ਕੰਡੇ ਉਹਨੂੰ ਨਹੀਂ ਚੁੱਭਦੇ, ਉਹ ਸਾਨੂੰ ਚੁੱਭ ਰਹੇ ਨੇ, ਕਿਉਂਕਿ ਸਾਡਾ ਇਹ ਨਿਯਮ ਹੈ, ਜਿੱਥੇ ਕੋਈ ਪ੍ਰੇਮ ਨਾਲ ਕੀਰਤਨ ਸੁਰ ਦਾ ਪਾਠ ਕਰਦਾ, ਅਸੀਂ ਉਹਦੇ ਨਜ਼ਦੀਕ ਹੋ ਕੇ ਸਹਾਇਤਾ ਕਰਦੇ ਹਾਂ। ਮਨ ਇਕਾਂਤ ਹੋਵੇ ਪ੍ਰੀਤ ਜੁਤ, ਪੜ੍ਹੈ ਸੋਹਿਲਾ ਸੋਏ, ਕੰਟਕ ਝਾਰ ਅਪਾਰ ਜਿਵੇਂ ਫਿਰਤ ਪ੍ਰੇਮ ਮੈਂ ਹੋਏ। ਉਹ ਦੁੱਖ ਜਿਹੜਾ ਹੁੰਦਾ ਸਿੱਖ ਨੂੰ, ਅਸੀਂ ਝੱਲ ਲੈਂਦੇ ਆਪਣੇ ਉੱਤੇ। ਉਹ ਝਾੜੀਆਂ 'ਚ ਫਿਰਦਾ ਤਾਂ ਹੈ, ਉਹਦੇ ਝਾੜੀਆਂ 'ਚ ਕੰਡੇ ਲੱਗਦੇ ਨੇ, ਪਰ ਕਿਉਂਕਿ ਕੀਰਤਨ ਸੋਹਲੇ ਦੀ ਬਾਣੀ 'ਚ ਇੰਨਾ ਨਿਮਗਨ ਹੈ, ਇਸ ਕਰਕੇ ਉਹਦਾ ਦੁੱਖ ਸਾਡੇ ਤੇ ਹੀ ਸਾਰਾ ਆ ਰਿਹਾ। ਹਵੈ ਸਮੀਪ ਵਿਚਰੋਂ ਤੇ ਸੰਗਾ, ਲਗਨੇ ਦਿਓ ਨਾ ਕੰਟਕ ਅੰਗਾ। ਕਹਿੰਦੇ ਜਿਹੜਾ ਸੋਹਲੇ ਦਾ ਪਾਠ ਕਰਕੇ ਸੌਂ ਗਿਆ ਜਾਂ ਕਦੇ ਦਿਨੇ ਵਿਚਰਦਾ ਸੀ, ਉਦੋਂ ਕਹਿੰਦੇ ਮੈਂ ਅੰਗ ਸੰਗ ਹੀ ਸਹਾਇਤਾ ਕਰਦਾ, ਕੰਡਾ ਵੀ ਨਹੀਂ ਲੱਗਣ ਦਿੰਦਾ ਉਹਨੂੰ। ਤਾਹਾਂ ਝਰੀਟ ਲੱਗੀ ਏ ਜਾਨੋ, ਲਹਿਣੇ ਸਾਚ ਬਚਨ ਮਨ ਮਾਨੋ। ਬਾਬਾ ਲਹਿਣਾ ਜੀ ਨੂੰ ਕਹਿਣ ਲੱਗੇ ਕਿ ਸਾਡਾ ਬਚਨ ਬਿਲਕੁਲ ਸੱਚਾ ਕਰਕੇ ਜਾਣਿਓ, ਮੈਂ ਸੱਚ ਕਹਿਣਾ। ਪੜ੍ਹੈ ਸੋਹਿਲਾ ਜੋ ਕਿਤ ਕਹੂ, ਤੇ ਸਮੀਪ ਨਿਸ਼ਚੈ ਮੈਂ ਹੋਊ। ਜਿਹੜਾ ਸੋਹਲੇ ਦਾ ਪਾਠ ਕਰਦਾ, ਮੈਂ ਉਹਦੇ ਹਮੇਸ਼ਾ ਕੋਲ ਹੁੰਦਾ, ਉਹਦੇ ਪਹਿਰੇ ਤੇ ਵੀ ਹੁੰਦਾ। ਐਸਾ ਇੱਕ ਪਟਿਆਲੇ ਕੌਤਕ ਹੋਇਆ, ਇੱਕ ਸਿੰਘ ਬਹੁਤ ਅਭਿਆਸੀ, ਚੜ੍ਹਦੀ ਕਲਾ ਵਾਲੇ, ਬੜੀ ਕਿਰਪਾ ਮਹਾਰਾਜ ਦੀ। ਉਹ ਆਪਣੇ ਕੋਈ ਨਾ ਕੋਈ ਕੌਤਕ ਸੁਣਾ ਰਿਹਾ ਕਰਦੇ। ਕਦੇ ਕਦੇ ਕਹਿੰਦੇ ਸੋਹਿਲਾ ਪੜ੍ਹ ਕੇ ਰਾਤ ਨੂੰ ਸੁੱਤਾ, ਸਵੇਰੇ ਕਹਿੰਦੇ ਜਦੋਂ ਦਿਨ ਜਿਹਾ ਚੜ੍ਹਨ ਲੱਗਿਆ, ਉਹਨੂੰ ਕਹਿੰਦੇ ਮੈਂ ਤਾਂ 2 ਵਜੇ ਉੱਠ ਕੇ ਆਪਣਾ ਨਿਤਨੇਮ ਕਰਕੇ ਕੁਝ ਸਮਾਂ, ਫਿਰ 15-20 ਮਿੰਟ ਫਿਰ ਅੱਖਾਂ ਮੀਚ ਕੇ ਪੈ ਜਾਂਦਾ। ਕਹਿੰਦੇ ਮੈਨੂੰ ਆਵਾਜ਼ ਇਉਂ ਸੁਣੀ, ਕਹਿੰਦੇ ਹੁਣ ਚੱਲੀਏ ਬਈ, ਦਿਨ ਚੜ੍ਹ ਗਿਆ ਵੀ, ਨਾਲੇ ਸਿੰਘ ਵੀ ਨਿਤਨੇਮ ਕਰ ਲਿਆ, ਸਾਵਧਾਨ ਹੋ ਗਿਆ, ਚਲੋ। ਦੂਜਾ ਕਹਿੰਦਾ ਚਲੋ ਚੱਲੀਏ। ਫਿਰ ਕਹਿੰਦਾ ਐ ਮੈਨੂੰ 2 ਚੋਲਿਆਂ ਵਾਲੇ ਸਿੰਘ ਜਾਂਦੇ ਦੇਖੇ, ਕਹਿੰਦਾ ਰਾਤ ਨੂੰ ਪਹਿਰੇ ਤੇ ਰਹਿੰਦੇ ਨੇ। ਕਿਸ ਕਰਕੇ? ਜਦੋਂ ਸੋਹਿਲਾ ਪੜ੍ਹ ਲਈਏ। ਉਦੋਂ ਬਾਅਦ ਫਿਰ ਜਪਜੀ ਸਾਹਿਬ ਪੜ੍ਹਨ ਤੇ ਇਹ ਪਹਿਰਾ ਹਟਦਾ, ਪਰ ਉਹ ਕਹਿੰਦਾ ਮੇਰੇ ਉੱਤੇ ਪਹਿਰਾ ਉਹਨਾਂ ਦਾ ਸਾਰੀ ਰਾਤ ਹੀ ਹੁੰਦਾ। ਸੂਰਜ ਦਾ ਚੜਾਓ ਤੋਂ ਪਹਿਲਾਂ ਪਹਿਲਾਂ ਉਹ ਫਿਰ ਚਲੇ ਜਾਂਦੇ ਨੇ। ਇਹ ਚੀਜ਼ਾਂ ਦੇ ਉੱਤੇ ਵਿਸ਼ਵਾਸ ਸਧਾਰਨ ਜਿਹੜੇ ਬੰਦੇ ਵਿਚਾਰੇ ਨੇ, ਕਦੇ ਸੰਗਤ ਨਹੀਂ ਕੀਤੀ, ਕਦੇ ਕਿਸੇ ਗੱਲ ਦਾ ਪਤਾ ਨਹੀਂ, ਉਹ ਇਹੋ ਜਿਹੇ ਬਚਨ ਤੇ ਮੁਨਕਰ ਹੋ ਸਕਦੇ ਵੀ ਐਸਾ ਨਹੀਂ ਹੋ ਸਕਦਾ। ਪਰ ਕਿਉਂਕਿ ਬਹੁਤ ਅੱਗੇ ਲੰਘ ਚੁੱਕੀ ਹੈ ਸੰਗਤ, ਤੁਸੀਂ ਤਾਂ ਹਲੇ ਪਿੱਛੇ ਹੀ ਬੈਠੇ ਹੋ, ਇਸ ਕਰਕੇ ਤੁਹਾਨੂੰ ਯਕੀਨ ਆਉਣਾ ਵੀ ਨਹੀਂ। ਨਾ ਹੀ ਤੁਸੀਂ ਇੱਧਰ ਚੱਲਣਾ ਹੀ ਆ, ਨਾ ਹੀ ਚੱਲੋ ਹੀ, ਠੀਕ ਹੀ ਆ, ਤੁਸੀਂ ਆਰਾਮ ਹੀ ਕਰੋ। ਫਿਰ ਮਹਾਰਾਜ ਜੀ ਇਉਂ ਕਹਿ ਦਿੰਦੇ, ਤੁਸੀਂ ਆਰਾਮ ਹੀ ਕਰੋ, ਕੋਈ ਗੱਲ ਨਹੀਂ। ਸੋ ਇਹ ਗੱਲ ਸੁਣ ਕੇ ਬਾਬਾ ਲਹਿਣਾ ਨੇ ਕਿਹਾ, ਮਹਾਰਾਜ ਦਾਸ ਇਸ ਤਕਲੀਫ ਨੂੰ ਸਹਾਰ ਨਹੀਂ ਸਕਦਾ, ਕਿਰਪਾ ਕਰੋ ਇਹ ਸੋਹਲੇ ਸਾਹਿਬ ਦਾ ਪੜ੍ਹਨ ਦਾ ਵੇਲਾ ਕੋਈ ਹੋਰ ਰੱਖ ਦਿਓ। ਬਾਬਾ ਜੀ ਦੀ ਬੇਨਤੀ ਪ੍ਰਵਾਨ ਕਰਕੇ ਮਹਾਰਾਜ ਨੇ ਫਰਮਾਇਆ, ਉਹ ਅਯਾਲੀ ਫਲਾਈਨ ਜਗ੍ਹਾ ਬੱਕਰੀਆਂ ਚਰਾ ਰਿਹਾ, ਉਹਦੇ ਵੱਲ ਇੱਕ ਸਿੱਖ ਭੇਜ ਕੇ ਬੁਲਾ ਲਓ। ਸੋ ਉਸ ਵਕਤ ਬਾਬਾ ਲਹਿਣਾ ਜੀ ਨੇ ਉਸੇ ਵੇਲੇ ਇੱਕ ਸਿੱਖ ਭੇਜ ਕੇ ਬੁਲਾ ਲਿਆ, ਮਹਾਰਾਜ ਦੇ ਸਾਹਮਣੇ ਖੜਾ ਕਰਕੇ ਬੇਨਤੀ ਕੀਤੀ ਕਿ ਅਯਾਲੀ ਆ ਗਿਆ। ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ, ਭਾਈ ਅੱਗੋਂ ਲਈ ਸੋਹਲੇ ਦਾ ਪਾਠ ਰਾਤ ਨੂੰ ਸੌਣ ਲੱਗੀ ਕਰਨਾ। ਕਿਰਪਾ ਦ੍ਰਿਸ਼ਟ ਕੋ ਦੇਖ ਗੁਸਾਈ, ਤੇ ਅਯਾਲੀ ਸਿਉ ਗਿਰਾ ਅਲਾਈ। ਸੋਵਨ ਸਮੈ ਬਖਾਨੀਏ, ਕੰਠ ਸੁਹੇਲਾ ਜੋਏ। ਅਧਿਕ ਖੁਸ਼ੀ ਬਹਰੋ ਕਰੀ, ਦਵੈਤ ਹਿਰਦੈ ਤੇ ਖੋਏ। ਇਉਂ ਮਹਾਰਾਜ ਨੇ ਕਿਹਾ, ਸੋਹਲਾ ਰਾਤ ਨੂੰ ਪੜ੍ਹਨਾ ਬਈ, ਅੱਗੇ ਵਾਸਤੇ ਧਿਆਨ ਰੱਖ। ਹੋਰ ਸਾਰੀ ਸੰਗਤ ਨੂੰ ਵੀ ਸੁਣਾ ਦਿੱਤਾ। ਉਸ ਦਿਨ ਤੋਂ ਲੈ ਕੇ ਫਿਰ ਸਾਰੇ ਗੁਰਸਿੱਖ ਇਹ ਸੋਹਲੇ ਸਾਹਿਬ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਕਰਨ ਲੱਗ ਪਏ।